ਕੀ ਤੁਹਾਡਾ ਨੀਟ ਸਕੋਰ ਘੱਟ ਹੈ ਤਾਂ ਘਬਰਾਓ ਨਹੀਂ। ਵੀਜ਼ਾ ਵਰਲਡ ਲੈ ਕੇ ਆਇਆ ਹੈ ਸੁਨਹਿਰੀ ਮੌਕਾ। ਹੁਣ ਕਰੋ MBBS ਯੂਕਰੇਨ ਵਿੱਚ ਸਿਰਫ 3.5 ਲੱਖ ਸਾਲਾਨਾ ਖਰਚੇ ਨਾਲ। ਵਧੇਰੇ ਜਾਣਕਾਰੀ ਲਈ ਸੰਪਰਕ ਕਰੋ ਵੀਜ਼ਾ ਵਰਲਡ ਇਮੀਗ੍ਰੇਸ਼ਨ ਕੋੜੇਵਾਲਾ ਚੌਕ ਬਠਿੰਡਾ। ਜਿੱਥੇ ਕਿਸਾਨ ਜਥੇਬੰਦੀਆਂ ਨੂੰ ਇਹ ਡਰ ਹੈ ਕਿ ਜਿਹੜਾ ਖੇਤੀ ਕਾਨੂੰਨ ਐਲਾਨ ਕੀਤੇ ਆ ਰੱਦ ਕਰਨ ਦਾ ਐਲਾਨ ਕੀਤਾ ਗਿਆ ਕੇਂਦਰ ਸਰਕਾਰ ਵੱਲੋਂ ਕਿ ਇਹ ਕੋਈ ਸਟੰਟ ਨਾ ਹੋਵੇ, ਚੁਣਾਵੀ ਸਟੰਟ ਨਾ ਹੋਵੇ ਜਾਂ ਫਿਰ ਕਿਸਾਨਾਂ ਨੂੰ ਵਰਗਲਾਉਣ ਦਾ ਕੋਈ ਤਰੀਕਾ ਨਾ ਹੋਵੇ। ਉੱਥੇ ਹੀ ਅਸੀਂ ਆਮ ਕਿਸਾਨ ਆ ਜਿਹੜੇ ਸਾਡੇ ਪੰਜਾਬ ਦੇ ਸਾਡੇ ਖੇਤਾਂ ਦੇ, ਆਪਾਂ ਉਹਨਾਂ ਤੋਂ ਜਾਣਦੇ ਕਿ ਉਹਨਾਂ ਦੀ ਕੀ ਰਾਏ ਹੈ ਇਸ ਸੰਬੰਧੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਤੁਹਾਡਾ ਨਾਮ? ਗੁਰਦੀਪ ਧੂਰ ਹੈ ਜੀ। ਗੁਰਦੀਪ ਜੀ, ਐਲਾਨ ਕੀਤਾ ਅੱਜ ਕੇਂਦਰ ਸਰਕਾਰ ਵੱਲੋਂ ਇਹ ਐਲਾਨ ਹੋਇਆ ਕਿ ਜਿਹੜੇ ਖੇਤੀ ਕਾਨੂੰਨ ਸੀ, 3 ਆਪਣੇ ਕਾਲੇ ਖੇਤੀ ਕਾਨੂੰਨ ਸੀ, ਉਹਨਾਂ ਨੂੰ ਰੱਦ ਕਰਨ ਦਾ ਐਲਾਨ ਕੀਤਾ ਗਿਆ ਕੇਂਦਰ ਸਰਕਾਰ ਵੱਲੋਂ। ਤੁਹਾਡਾ ਕੀ ਕਹਿਣਾ ਇਸ ਬਾਰੇ? ਗੱਲ ਇਹ ਹੈ ਜੀ, ਲੰਮੇ ਸਮੇਂ ਤੋਂ ਕਿਸਾਨ ਸੰਘਰਸ਼ ਕਰ ਰਹੇ ਹੈ। ਪੂਰੇ ਅੱਜ ਹਿੰਦੁਸਤਾਨ ਦੇ ਵਿੱਚ ਬਾਹਰ NRI ਵੀਰ ਬੈਠੇ ਆ, ਉਹਨਾਂ ਤੱਕ ਵੀ ਇਹ ਖੁਸ਼ੀ ਦੀ ਲਹਿਰ ਪਹੁੰਚ ਚੁੱਕੀ ਹੈ। ਸਾਰੇ ਖੁਸ਼ੀ ਮਨਾ ਰਹੇ ਹੈ। ਪਰ ਜੇ ਇਹਨੂੰ ਦੂਜੇ ਪੱਖ ਦੇਖਿਆ ਜਾਵੇ ਤਾਂ ਇਹ ਰਾਜਨੀਤੀ ਸਟੰਟ ਵੀ ਹੋ ਸਕਦਾ। ਸਾਡੇ ਜਿਹੜੇ 703 ਕਿਸਾਨ ਸ਼ਹੀਦ ਹੋ ਗਏ, ਜਿਹਦੇ ਵਿੱਚ 3 ਮਾਈਆਂ ਵੀ ਸ਼ਹੀਦ ਹੋਈਆਂ ਤੇ 700 ਕਿਸਾਨ ਸ਼ਹੀਦ ਹੋ ਗਿਆ। ਉੱਥੇ ਕਤਲ ਵੀ ਕਰਾਏ ਗਏ, ਸਾਡੇ ਤੰਬੂਆਂ ਨੂੰ ਵੀ ਅੱਗ ਲਾਈ ਗਈ ਤੇ ਉਹਨਾਂ ਨੇ ਹਰ ਇੱਕ ਕੰਡਾ ਵਰਤਿਆ ਵੀ ਜਿਹੜਾ ਇਹ ਧਰਨਾ ਇਹ ਖਤਮ ਹੋ ਜੇ, ਇੱਥੋਂ ਇਹਨਾਂ ਨੂੰ ਖਿਲਾਰ ਦਿੱਤਾ ਜਾਵੇ। ਤੇ 26 ਨੂੰ ਦੁਬਾਰਾ ਫੇਰ ਜਿਹੜਾ ਪੂਰਾ ਸਾਲ ਹੋ ਗਿਆ ਉੱਥੇ ਪ੍ਰੋਗਰਾਮ ਰੱਖਿਆ ਗਿਆ। ਹੋ ਸਕਦਾ ਸਰਕਾਰ ਦਾ ਇਹ ਸਟੰਟ ਵੀ ਹੋ ਸਕਦਾ ਵੀ ਉੱਥੇ ਇਕੱਠ ਨਾ ਹੋਵੇ, ਪਰ ਕਿਸਾਨ ਉਸੇ ਤਰ੍ਹਾਂ ਡਟੇ ਹੈ। 26 ਨੂੰ ਇਕੱਠ ਵੀ ਹੋਊਗਾ, ਪਿੰਡਾਂ 'ਚੋਂ ਲੋਕ ਜਾ ਰਹੇ ਨੇ। ਸਰਕਾਰ ਦੀ ਕੋਈ ਨਾ ਕੋਈ ਚਾਲ ਹੋ ਸਕਦੀ ਹੈ, ਕਿਉਂਕਿ ਕਿਸਾਨ ਜਥੇਬੰਦੀਆਂ ਦੇ ਜਿਹੜੇ ਆਗੂ ਨੇ, ਲੀਡਰ ਸਬਾਨ ਹੈ, ਉਹ ਪੜ੍ਹੇ ਲਿਖੇ ਤੇ ਬੜੇ ਸੂਝਵਾਨ ਹੈ। ਉਹ ਉੱਥੋਂ ਐ ਨਹੀਂ ਉੱਠਣਗੇ। ਭਾਵੇਂ ਸਰਕਾਰ ਕੋਈ ਆਪਦੀ ਸਟੰਟਬਾਜ਼ੀ ਕਰ ਰਹੀ ਹੋਵੇ, ਉਹ ਲਿਖਤੀ ਰੂਪ 'ਚ ਲੈ ਕੇ ਉੱਥੋਂ ਪੂਰਾ ਜਿਹੜਾ ਹੈਗਾ ਉਹਦਾ ਪਲੰਦਾ ਬਣਾ ਕੇ ਲਿਖਤੀ ਰੂਪ 'ਚ ਲੈ ਕੇ ਉੱਥੋਂ ਫੇਰ ਆਉਣਗੇ। ਇਸ ਤਰ੍ਹਾਂ ਨਹੀਂ ਆਉਣਗੇ, ਕਿਉਂਕਿ ਇਤਿਹਾਸ 'ਚ ਪਹਿਲੀ ਵਾਰ ਹੋਇਆ ਜਦੋਂ ਕਿ ਰਾਜਨੀਤਿਕ ਲੋਕ, ਲੀਡਰ, ਸਰਕਾਰ ਹੈ ਜਿਹੜੀ ਅੱਗੇ ਝੁਕੀ ਹੈ ਕਿਸਾਨਾਂ ਦੇ। ਦਿੱਲੀ 19 ਵਾਰ 20 ਵਾਰ ਜਿੱਤ ਲਈ ਤੇ ਹੁਣ 21ਵੀਂ ਵਾਰ ਜਿੱਤੀ ਗਈ ਹੈ ਦਿੱਲੀ। ਵੈਸੇ ਦਿੱਲੀ ਕਦੇ ਸਾਡੀ ਹੋਈ ਨਹੀਂ, ਪਰ ਜਿਹੜਾ ਮੋਦੀ ਜੀ ਨੇ ਫੈਸਲਾ ਲਿਆ ਇਹ ਬਹੁਤ ਵਧੀਆ, ਕਿਉਂਕਿ ਉਹਨਾਂ ਨੂੰ ਵੀ ਪਤਾ ਕਿ BJP ਦਾ ਕਿੰਨਾ ਵਿਰੋਧ ਹੈ। ਪਿੰਡਾਂ ਦੇ ਵਿੱਚ ਲੀਡਰਾਂ ਦੇ ਮਗਰ ਪੈਂਦੇ ਨੇ, ਉਹਨਾਂ ਨੂੰ ਕਿਤੇ ਕੋਈ ਪ੍ਰੋਗਰਾਮ ਨਹੀਂ ਕਰਨ ਦਿੱਤਾ ਜਾਂਦਾ। ਰਾਜਨੀਤਿਕ ਲੋਕ ਹੈ ਜਿਹੜੇ ਹੁਣ ਉਹ ਦੇਖਦੇ ਆ ਵੀ ਕਿਹੜੇ ਹਿਸਾਬ ਨਾਲ ਅਸੀਂ ਪਿੰਡਾਂ ਦੇ ਵਿੱਚ ਵੜੀਏ, ਕਿਉਂਕਿ ਮੋਦੀ ਨੂੰ ਵੀ ਜਾ ਕੇ ਜਿਹੜੇ ਉਹਨਾਂ ਦੀ ਟੀਮ ਹੈ, ਉਹਨਾਂ ਦੇ ਲੀਡਰ ਹੈ, ਉਹ ਦੱਸਦੇ ਹੈ ਵੀ ਸਾਡੀ ਹਾਲਤ ਪਾਣੀ ਨਾਲ ਮਰੀ ਖੇਤੀ ਵਾਲੀ ਭੈੜੀ ਹੈ। ਕਿਉਂਕਿ ਜਿਹੜੀ ਪਾਣੀ ਨਾਲ ਮਰੀ ਖੇਤੀ ਹੁੰਦੀ ਹੈ ਉਹ ਦੇਖਣ 'ਚ ਤਾਂ ਵਧੀਆ ਲੱਗਦੀ ਹੁੰਦੀ ਹੈ, ਪਰ ਉਹਦੇ ਜਿਹੜੀਆਂ ਜੜ੍ਹਾਂ ਹੁੰਦੀਆਂ ਉਹ ਖਤਮ ਹੁੰਦੀਆਂ ਨੇ। ਜਿਹੜੀ BJP ਦੀ ਜੜ੍ਹ ਹੈ ਹਿੰਦੁਸਤਾਨ 'ਚ ਹੀ ਖਤਮ ਹੋਈ ਪਈ ਹੈ। ਜੇ ਮੈਂ ਕਹਿੰਦਾ ਕਮਲ ਦਾ ਫੁੱਲ ਦੀਵਾ ਕਰਤਾ ਹਿੰਦੁਸਤਾਨ ਦਾ ਗੁੱਲ, ਹੁਣ ਨਹੀਂ ਸਕਦੇ ਇਹ ਖੁੱਲ੍ਹ। ਕਿਸਾਨਾਂ ਨੂੰ ਲੈਂਦਾ ਸੀ ਮੋਦੀ ਮੁੱਲ, ਕਿਉਂਕਿ ਉਹਨਾਂ ਨੇ ਬਹੁਤ ਹੱਥਕੰਡੇ ਵਰਤੇ, ਪਰ ਕਿਸਾਨ ਡਟੇ ਹੋਏ ਹੈ, ਲੋਕ ਨਾਲ ਖੜੇ ਹੈ। ਭਾਵੇਂ ਕੋਈ ਮੁਲਾਜ਼ਮ ਹੈ, ਡਾਕਟਰ ਹੈ, ਮਾਸਟਰ ਹੈ, ਵਕੀਲ ਹੈ, ਸਾਰੇ ਮਹਿਕਮੇ। ਜੇ ਮੈਂ ਇਕੱਲਿਆਂ ਦਾ ਨਾਂ ਲੈਣ ਲੱਗ ਜਾਂ ਇਕੱਲੇ ਦਾ ਤਾਂ ਡਿਬੇਟ ਬੜੀ ਲੰਮੀ ਹੋ ਜੂਗੀ। NRI ਵੀਰਾਂ ਨੇ ਵੀ ਬਹੁਤ ਸਹਿਯੋਗ ਦਿੱਤਾ। ਹੁਣ ਵੀ ਧਰਨੇ ਦੇ ਨਾਲ ਲੋਕ ਖੜੇ ਹੋਏ ਹੈ। ਜਿਹੜੇ ਕਿਸਾਨ ਵੀਰ ਧਰਨਿਆਂ 'ਤੇ ਗਏ ਹੈ ਉਹਨਾਂ ਦੀ ਕਣਕ ਹੈ ਲੋਕ ਬੀਜੀ ਜਾ ਰਹੇ ਹੈ, ਨਰਮਾ ਸੀ, ਝੋਨਾ ਸੀ, ਜੋ ਵੀ ਕੱਟਿਆ ਗਿਆ ਉਹ ਰਲ ਮਿਲ ਕੇ ਸਾਰੇ ਕਿਸਾਨਾਂ ਨੇ ਸਾਂਭਿਆ। ਉਸੇ ਤਰ੍ਹਾਂ ਗੰਢ ਹੈ ਜਿਹੜੀ ਵੱਜੀ ਹੋਈ ਹੈ ਪਿੰਡਾਂ ਦੇ ਵਿੱਚ। ਬਾੜਾ ਮੁਤਾਬਕ ਟੀਮਾਂ ਰੋਜ਼ ਜਾਂਦੀਆਂ ਨੇ ਤੇ ਆਉਂਦੀਆਂ ਨੇ, ਸਿਸਟਮ ਬਣਿਆ ਹੋਇਆ। ਅਗਰ ਸਰਕਾਰ ਦਾ ਜੇ ਕੋਈ ਰਾਜਨੀਤੀ ਸਟੰਟ ਵੀ ਹੋਇਆ ਤਾਂ ਇਹ ਸਰਕਾਰ ਨੂੰ ਅਕਸਰ ਕਾਨੂੰਨ ਰੱਦ ਤਾਂ ਕਰਨੇ ਪੈਣੀ ਹੈ। ਤੇ ਵੈਸੇ ਤਾਂ ਮੋਦੀ ਜੀ ਨੇ ਮੰਨ ਹੀ ਲਿਆ ਵੀ ਅਸੀਂ ਇਹ ਜਿਹੜੇ ਕਾਨੂੰਨ ਹੈ ਇਹ ਰੱਦ ਕਰਤੇ, ਤੇ ਬਾਕੀ ਜਿਹੜੀਆਂ ਕਿਸਾਨ ਜਥੇਬੰਦੀਆਂ ਨੇ ਉਹ ਲਿਖਤੀ ਰੂਪ ਦੇ ਵਿੱਚ ਪੱਕੇ ਕੋਕੇ ਲਾ ਕੇ ਉੱਥੋਂ ਆਉਣਗੇ। ਜੀ, ਸੋ ਤੁਸੀਂ ਇੱਕ ਗੱਲ ਕਹੀ ਹੈ ਵਿੱਚ ਕਿ ਜਿਹੜੀ ਆ ਹੁਣ BJP ਵਾਲੇ ਉਹਨਾਂ ਨੂੰ ਪਿੰਡਾਂ ਦੇ ਵਿੱਚ, ਉਹਨਾਂ ਦੇ ਜਿਹੜੇ ਲੀਡਰਸ ਨੇ, ਆਗੂ ਨੇ, ਹੈ ਨਾ, ਉਹਨਾਂ ਨੂੰ ਪਿੰਡਾਂ ਦੇ ਵਿੱਚ ਆਉਣ ਨਹੀਂ ਦਿੱਤਾ ਜਾਂਦਾ। ਤੁਹਾਨੂੰ ਲੱਗਦਾ ਕਿ ਆਉਣ ਵਾਲੀਆਂ ਚੋਣਾਂ ਦੇ ਲਈ ਇਹ ਰਾਜਨੀਤਿਕ ਸਟੰਟ ਇੱਦਾਂ ਵੀ ਹੋ ਸਕਦਾ ਕਿ ਜੇਕਰ ਕਿਸਾਨਾਂ ਨੂੰ ਇਹ ਐਲਾਨ ਕਰ ਦਿੱਤਾ ਜਾਵੇ ਕਿ ਖੇਤੀ ਕਾਨੂੰਨ ਆ ਜਿਹੜੇ ਉਹ ਰੱਦ ਕੀਤੇ ਜਾਣਗੇ, ਤਾਂ ਕਿਤੇ ਨਾ ਕਿਤੇ ਇੱਕ ਰਸਤਾ ਖੁੱਲ੍ਹ ਸਕਦਾ ਗਾ ਇਹਨਾਂ ਲੀਡਰਾਂ ਲਈ ਪਿੰਡਾਂ ਦੇ ਵਿੱਚ ਆਪਣੀਆਂ ਵੋਟਾਂ ਮੰਗਣ ਦਾ? ਦੇਖੋ, ਇਹ ਰਾਜਨੀਤਿਕ ਸਟੰਟ ਹੈ ਜਿਹੜਾ ਇਹਨਾਂ ਦਾ ਪਿੰਡਾਂ ਦੇ ਵਿੱਚ ਨਹੀਂ ਵੜਨ ਦਿੰਦੇ। ਲੋਕਾਂ ਨੂੰ ਗੁੱਸਾ ਬੜਾ ਲੰਮਾ ਸਮਾਂ ਹੋ ਗਿਆ ਉੱਥੇ ਬੈਠਿਆਂ ਨੂੰ। ਜੋ ਜਥੇਬੰਦੀਆਂ ਕਹਿਣਗੀਆਂ ਸਿਰ ਮੱਥੇ, ਸਾਡੇ ਜਿਹੜੇ ਆਗੂ ਨੇ ਧਰਨਿਆਂ 'ਤੇ ਬੈਠੇ ਨੇ, ਇੰਨੇ ਲੰਮੇ ਸਮੇਂ ਤੋਂ ਚਲਾ ਰਹੇ ਹੈ, 40 ਸਾਲ ਤੋਂ ਜਥੇਬੰਦੀਆਂ ਲੜਦੀਆਂ ਆ ਰਹੀਆਂ। ਜੇ ਅੱਜ ਕਿਸਾਨ ਜਥੇਬੰਦੀਆਂ ਨਾ ਹੁੰਦੀਆਂ ਸ਼ਾਇਦ ਨਾ ਕਿਸਾਨ ਹੋਣਾ ਸੀ, ਨਾ ਪੰਜਾਬ ਕੀ ਪੂਰਾ ਹਿੰਦੁਸਤਾਨ ਹੀ ਨਹੀਂ ਹੋਣਾ ਸੀ। ਕਿਉਂਕਿ ਰਾਜਨੀਤਿਕ ਲੋਕ ਤਾਂ ਇਹ ਧਰਨੇ ਦੇ ਉੱਤੇ ਆਪਦੀਆਂ ਰੋਟੀਆਂ ਸੇਕਦੇ ਹੈ। ਜਿਵੇਂ ਹਰਸਿਮਰਤ ਕੌਰ ਬਾਦਲ ਨੇ ਦੇਖਿਆ ਜਦੋਂ ਕਿ ਉਹਦਾ ਘਰ ਜਾ ਕੇ ਘੇਰ ਲਿਆ, ਉਹਨੇ ਅਸਤੀਫਾ ਦੇਤਾ। ਇੱਕ ਰਾਜਨੀਤੀ ਸਟੰਟ ਸੀ। ਤੁਸੀਂ ਦੇਖ ਲਿਓ ਆਉਣ ਵਾਲੇ ਸਮੇਂ 'ਚ ਮੈਨੂੰ ਲੱਗਦਾ ਵੀ BJP ਦਾ ਤੇ ਅਕਾਲੀ ਦਲ ਦਾ ਦੁਬਾਰੇ ਗੱਠਜੋੜ ਫਿਰ ਹੋ ਜਾਊਗਾ, ਕਿਉਂਕਿ ਇਹ ਲੋਕਾਂ ਦੇ ਅੱਖਾਂ ਦੇ ਵਿੱਚ ਘੱਟਾ ਪਾਇਆ ਗਿਆ।
ਇਹ ਰਾਜਨੀਤੀ ਸਟੰਟ ਸੀ। ਪਰ ਜੇ ਸਾਨੂੰ ਜਥੇਬੰਦੀਆਂ ਉੱਪਰੋਂ ਜੋ ਕੌਲ ਆਊਗੀ ਉਸ ਸੰਯੁਕਤ ਮੋਰਚੇ ਵੱਲੋਂ ਉਹੀ ਅੱਗੇ ਕੀਤਾ ਜਾਊਗਾ। ਹੋ ਸਕਦਾ ਇਹਨਾਂ ਨੂੰ ਨਾ ਹੀ ਵੜਨ ਦਿੱਤਾ ਜਾਵੇ, ਕਿਉਂਕਿ ਬੜਾ ਲੰਮਾ ਸਾਲ ਇਹਨਾਂ ਨੇ ਉੱਥੇ ਜਿਹੜੇ ਕਿਸਾਨ ਸੀ ਡੇਰੇ ਲਾਈ ਰੱਖੇ ਆ ਕਿਸਾਨਾਂ ਨੇ। 700 ਤੋਂ ਉੱਪਰ ਕਿਸਾਨ ਸ਼ਹੀਦ ਹੋ ਗਏ। ਸਾਡੀਆਂ 3 ਮਾਈਆਂ ਤੇ ਵੀ ਟਰੱਕ ਚੜ੍ਹਾ ਦਿੱਤਾ ਗਿਆ ਸੀ ਤੇ ਤੰਬੂਆਂ ਨੂੰ ਕਦੇ ਅੱਗ ਲਾ, ਵੱਖ-ਵੱਖ ਇਹਨਾਂ ਨੇ ਹੱਥ ਕੰਡੇ ਵਰਤੇ ਆ ਤੇ ਕਿਸਾਨ ਇਹ ਭੁੱਲਦੇ ਤਾਂ ਨਹੀਂ, ਕਿਉਂਕਿ ਮੀਂਹ ਵਾਹ ਸਾਰੀ ਇਹਨਾਂ ਦੇ ਉੱਤੋਂ ਦੀ ਗਈ ਹੈ। ਇਹ ਮੌਕਾ ਦੱਸੂਗਾ ਉੱਪਰੋਂ ਕਿਸਾਨ ਜਥੇਬੰਦੀਆਂ ਕੀ ਕਹਿ ਰਹੀਆਂ। ਸੋ ਬਹੁਤ ਸ਼ੁਕਰੀਆ ਜੀ, ਤੁਸੀਂ ਸਾਡੇ ਨਾਲ ਜੁੜੇ, ਆਪਣੇ ਵਿਚਾਰ ਸਾਂਝੇ ਸਿੱਖਾ ਜੀ। ਦੋਸਤੋ, ਜਿੱਥੇ ਕਿਤੇ ਆਮ ਲੋਕ ਸਾਡੇ ਨੇ ਜਿਹੜੇ ਜਾਂ ਫਿਰ ਆਮ ਕਿਸਾਨ ਨੇ, ਉਹਨਾਂ ਨੂੰ ਇਹ ਲੱਗਦਾ ਕਿ ਇਹ ਇੱਕ ਰਾਜਨੀਤਿਕ ਸਟੰਟ ਹੋ ਸਕਦਾ ਜਿਹੜੇ ਕਾਨੂੰਨ ਰੱਦ ਕਰਨ ਦਾ ਐਲਾਨ ਕੀਤਾ ਗਿਆ, ਪਰ ਫਿਰ ਵੀ ਉਹਨਾਂ ਦੇ ਵਿੱਚ ਖੁਸ਼ੀ ਦੀ ਲਹਿਰ ਆ ਕਿ ਕਿਸਾਨ ਆ ਜਿਹੜੇ ਉਹ ਦਿੱਲੀ ਦੀਆਂ ਸਰਹੱਦਾਂ ਤੋਂ ਜਿੱਤ ਕੇ ਵਾਪਸ ਆਉਣਗੇ।